ਦਿਸ਼ਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਲਵੀ ਪੰਨੂ ਵੱਲੋਂ ਸਵਾਗਤ ਹੈ ਜੀ। ਅਸੀਂ ਵੇਲੇ ਸਿਰ ਤੁਹਾਡੇ ਲਈ ਅਲੱਗ-ਅਲੱਗ ਟੌਪਿਕਸ ਲੈ ਕੇ ਆਉਂਦੇ ਹਾਂ। ਆਪਾਂ ਮੌਰਗੇਜ ਦੀਆਂ ਵੀ ਗੱਲਾਂ ਕਰਦੇ ਹਾਂ, ਆਪਾਂ ਰੀਅਲ ਸਟੇਟ ਦੀਆਂ ਗੱਲਾਂ ਕਰਦੇ ਹਾਂ, ਫਿਰ ਆਪਾਂ ਇਹ ਵੀ ਵਿਚਾਰ ਵਟਾਂਦਰਾ ਕਰਦੇ ਹਾਂ ਕਿ ਅਸੀਂ ਫਾਈਨੈਂਸ਼ੀਅਲੀ ਫਰੀडम, ਫਾਈਨੈਂਸ਼ੀਅਲੀ ਇੰਡੀਪੈਂਡੈਂਟ ਕਿਸ ਤਰ੍ਹਾਂ ਹਾਸਲ ਕਰਨੀ ਹੈ। ਅੱਜ ਆਪਾਂ ਗੱਲ ਕਰਾਂਗੇ ਜੀ ਬਜਟ ਦੇ ਉੱਤੇ। ਹੁਣ ਜਦੋਂ ਬਜਟ ਦਾ ਨਾਂ ਆਉਂਦਾ ਤੇ ਆਪਾਂ ਸਾਰੇ ਇਸ ਉਡੀਕ 'ਚ ਹੁੰਦੇ ਹਾਂ ਕਿ ਸਾਡੇ ਦੇਸ਼ ਦਾ ਬਜਟ ਕਦੋਂ ਆਊਗਾ। ਹਰ ਸਾਲ ਆਪਾਂ ਨੂੰ ਇਹ ਹੁੰਦਾ ਵੀ ਕਿਸ ਕੈਟੇਗਰੀ ਲਈ ਸਾਡੀ ਜਿਹੜੀ ਸਰਕਾਰ ਹੈ ਉਹ ਕਿਸ ਤਰ੍ਹਾਂ ਦੀਆਂ ਪ੍ਰੋਵੀਜ਼ਨਸ ਲੈ ਕੇ ਆਊ, ਕਿਸ ਤਰ੍ਹਾਂ ਉਹ ਆਪਣੇ ਜਿਹੜੇ ਫੰਡਸ ਦੇਣੇ ਨੇ ਜਾਂ ਸਾਨੂੰ ਕਿਸ ਤਰ੍ਹਾਂ ਦੀਆਂ ਸਹੂਲਤਾਂ ਦੇਣੀਆਂ ਨੇ ਉਹ ਕਿਸ ਤਰ੍ਹਾਂ ਆਪਣੇ ਬਜਟ ਵਿੱਚ ਪੇਸ਼ ਕਰੂਗੇ। ਇਹ ਤਾਂ ਹੋ ਗਈ ਜੀ ਬਹੁਤ ਵੱਡੇ ਪੱਧਰ 'ਤੇ ਜਦੋਂ ਆਪਾਂ ਬਜਟ ਦੀ ਗੱਲ ਕਰਦੇ ਹਾਂ। ਅੱਜ ਆਪਾਂ ਗੱਲ ਕਰਾਂਗੇ ਆਪਣੇ ਛੋਟੀ ਸਕੇਲ ਦੇ ਉੱਤੇ ਆਪਣੇ ਘਰ ਦੇ ਬਜਟ ਦੀ। ਇਸ ਸਾਰੀ ਵਿਚਾਰ ਵਟਾਂਦਰਾ ਲਈ, ਇਹ ਸਾਰੀ ਜਾਣਕਾਰੀ ਲਈ ਸਾਡੇ ਸਟੂਡੀਓ ਵਿੱਚ ਹਾਜ਼ਰ ਨੇ ਲਖਵਿੰਦਰ ਕੌਰ ਸਿੱਧੂ। ਲਖਵਿੰਦਰ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਜੀ ਥੈਂਕ ਯੂ ਜੀ। ਲਖਵਿੰਦਰ ਜੀ, ਪਹਿਲਾਂ ਤਾਂ ਸਾਨੂੰ ਇਹ ਦੱਸੋ, ਅੱਜ ਆਪਾਂ ਬੜਾ ਵੱਡਾ ਇੱਕ ਇਨ ਅ ਵੇ ਇਟਸ ਅ ਬਿਗ ਟੌਪਿਕ। ਜਦੋਂ ਆਪਾਂ ਬਜਟ ਦੀ ਗੱਲ ਕਰਦੇ ਇੱਦਾਂ ਲੱਗਦਾ ਵੀ ਕਾਫੀ ਨੰਬਰਸ, ਕਾਫੀ ਸਬਸਿਡੀਜ਼, ਗ੍ਰਾਂਟਸ, ਉਹ ਸਾਰੀਆਂ ਚੀਜ਼ਾਂ ਡਿਸਕਸ ਹੁੰਦੀਆਂ ਤੇ ਕਈ ਵਾਰੀ ਮੈਨੂੰ ਇਹ ਲੱਗਦਾ ਹੁੰਦਾ ਵੀ ਮੇਰੇ ਵੱਸ ਦੀ ਗੱਲ ਨਹੀਂ ਹੈ ਇਹ, ਹੈ ਨਾ। ਸੋ ਤੁਸੀਂ ਸਾਨੂੰ ਆਮ ਭਾਸ਼ਾ 'ਚ ਦੱਸੋ ਵੀ ਬਜਟ ਹੁੰਦਾ ਕੀ ਆ। ਬਜਟ ਦਾ ਮਤਲਬ ਲਵਿੰਦਰ ਜੀ ਇਹ ਹੈਗਾ ਕਿ ਤੁਸੀਂ ਆਪਣੀਆਂ ਸਪੈਂਡਿੰਗਸ ਨੂੰ ਕਿੱਦਾਂ ਕੰਟਰੋਲ ਕਰ ਰਹੇ ਹੋ, ਕਿ ਤੁਹਾਡੇ ਕੋਲ ਇਨਫ ਮਨੀ ਹੈਗਾ, ਇਨਫ ਸੇਵਿੰਗਸ ਹੈਗੀਆਂ ਉਹਨਾਂ ਚੀਜ਼ਾਂ ਵਾਸਤੇ ਜਿਹੜੀਆਂ ਤੁਹਾਨੂੰ ਮੋਰ ਇੰਪੋਰਟੈਂਟ ਹੈਗੀਆਂ ਜੀ। ਸੋ ਬੇਸਿਕਲੀ ਇਹ ਹੈਗਾ ਕਿ ਯੂ ਹੈਵ ਇਨਫ ਮਨੀ ਫॉर द ਥਿੰਗਸ ਦੈਟ ਆਰ ਮੋਰ ਇੰਪੋਰਟੈਂਟ ਜੀ। ਸੋ ਇਹਦੇ ਨਾਲ ਸਾਨੂੰ ਇਹ ਦੱਸੋ ਕਿ ਜਦੋਂ ਆਪਾਂ ਕਹਿੰਦੇ ਆ ਵੀ ਘਰੇਲੂ ਬਜਟ, ਸਾਡਾ ਹਾਊਸ ਹੋਲਡ ਬਜਟ, ਇਹ ਕੀ ਚੀਜ਼ ਹੈ? ਹਾਊਸ ਹੋਲਡ ਬਜਟ ਦੇਖੋ ਜੀ, ਜਦੋਂ ਆਪਾਂ ਸਰਕਾਰ ਦੀ ਬਜਟ ਦੀ ਗੱਲ ਕਰਦੇ ਹੋ ਤਾਂ ਬਹੁਤ ਵੱਡੇ ਪੱਧਰ ਦੀ ਗੱਲ ਹੋ ਜਾਂਦੀ ਹੈ, ਪਰ ਹਾਊਸ ਹੋਲਡ ਬਜਟ ਦੇ ਵਿੱਚ ਇਟਸ ਸੇਮ ਥਿੰਗ ਕਿ ਜਿੱਦਾਂ ਆਪਾਂ ਜਦੋਂ ਬੱਚਿਆਂ ਨੂੰ ਕੋਈ ਵੀ ਐਗਜ਼ਾਮਪਲ ਦੇ ਕੇ ਸਮਝਾਉਂਦੇ ਆ ਕਿ ਆਪਾਂ ਕਹਿੰਦੇ ਆ ਕਿ ਜਦੋਂ ਪੂਰੇ ਵਰਲਡ ਦੀ ਗੱਲ ਕਰਦੇ ਆ ਫਿਰ ਉਹਦੇ ਵਿੱਚ ਛੋਟੇ ਕੰਟਰੀ ਦੀ ਗੱਲ ਆਉਂਦੀ ਆ, ਫਿਰ ਸਿਟੀ ਦੀ ਗੱਲ ਆਉਂਦੀ ਆ, ਤੇ ਫਿਰ ਉਹਦੇ ਵਿੱਚ ਆਪਣੇ ਛੋਟੇ ਸ਼ਹਿਰ ਦੀ ਗੱਲ ਆਉਂਦੀ ਆ, ਤੇ ਉਹਦੇ ਤੋਂ ਅੱਗੇ ਆ ਕੇ ਫਿਰ ਆਪਣੇ ਘਰ ਦੀ ਗੱਲ ਆਉਂਦੀ ਆ। ਬਿਲਕੁਲ। ਸੋ ਸੇਮ ਥਿੰਗ, ਜੇ ਵੱਡਾ ਬਜਟ ਸਰਕਾਰੀ ਤੌਰ ਤੇ ਬਣਦਾ ਆ, ਫਿਰ ਅੱਗੇ ਪ੍ਰੋਵਿੰਸ਼ੀਅਲ ਬਜਟ ਬਣਦੇ ਆ, ਮਿਊਨਿਸਪਲ ਬਜਟ ਬਣਦੇ ਆ, ਸੋ ਉਸ ਤੋਂ ਬਾਅਦ ਹਰ ਇੱਕ ਇੰਡੀਵਿਜੂਅਲ ਘਰ ਦੇ ਬਜਟ ਹੁੰਦੇ ਆ, ਜਿਹਦੇ ਅਕੋਰਡਿੰਗਲੀ ਉਹ ਆਪਣੇ ਜਿੰਨੇ ਐਕਸਪੈਂਸ ਤੇ ਉਹਨਾਂ ਨੂੰ ਜਿਹੜੀ ਹੈਗੇ ਆ ਉਹਨਾਂ ਨੇ ਕਰਨੇ ਹੈਗੇ ਤੇ ਜਿੰਨੀਆਂ ਸੇਵਿੰਗਸ ਹੈਗੀਆਂ ਆ ਜੀ ਉਹਨਾਂ ਨੂੰ ਆਰਗੇਨਾਈਜ਼ ਕਰਦੇ ਆ, ਉਹਨਾਂ ਨੂੰ ਕੰਟਰੋਲ ਬੇਸ ਦੇ ਨਾਲ ਕਰਦੇ ਆ ਕਿ ਤਦ ਕਿ ਉਹਨਾਂ ਦੇ ਕੋਲ ਇਨਫ ਜਿਹੜੇ ਹੈਗੇ ਆ ਫੰਡਸ ਜਿਹੜੇ ਉਹਨਾਂ ਦੇ ਕੋਲ ਹੋਣ ਜਦੋਂ ਉਹਨਾਂ ਨੂੰ ਲੋੜ ਪਵੇ ਕਿਸੇ ਚੀਜ਼ ਵਾਸਤੇ ਜੀ। ਲਖਵਿੰਦਰ ਜੀ, ਤੁਸੀਂ ਸਾਨੂੰ ਇਹਦੇ ਨਾਲ ਇਹ ਵੀ ਦੱਸੋ ਕਿ ਜਦੋਂ ਆਪਾਂ ਘਰ ਦਾ ਬਜਟ ਬਣਾਉਂਦੇ ਆ ਤਾਂ ਉਹਨੂੰ ਅਸੀਂ ਕਿਸ ਤਰੀਕੇ ਨਾਲ ਚੌਕ ਆਊਟ ਕਰ ਸਕਦੇ ਹਾਂ, ਕਿਸ ਤਰੀਕੇ ਨਾਲ ਵਧੀਆ ਉਹਨੂੰ ਅਸੀਂ ਪ੍ਰੈਕਟੀਕਲੀ ਵਰਤ ਸਕਦੇ ਹਾਂ? ਹਾਂਜੀ ਲਵਿੰਦਰ ਜੀ, ਇੱਦਾਂ ਹੁੰਦਾ ਕਿ ਸਾਡੀ ਕਈ ਵਾਰ ਪਲਾਨਸ ਹੁੰਦੀਆਂ ਕਿ ਲਾਈਫ ਦੇ ਵਿੱਚ ਅਸੀਂ ਸਾਡੇ ਕੁਝ ਬਿਗ ਇਵੈਂਟਸ ਹੁੰਦੇ ਆ ਕਿ ਓਕੇ ਅਸੀਂ ਸੇਵਿੰਗ ਕਿਸ ਚੀਜ਼ ਲਈ ਕਰਨੀ, ਅਸੀਂ ਬਜਟ ਕਿਸ ਚੀਜ਼ ਲਈ ਬਣਾਉਣਾ, ਸਾਡੀ ਲਾਈਫ ਦੇ ਗੋਲ ਹੁੰਦੇ ਆ। ਆਈ ਥਿੰਕ ਜੇ ਤੁਸੀਂ ਉਸ ਚੀਜ਼ ਨੂੰ ਪ੍ਰੈਕਟੀਕਲੀ ਕਰਦੇ ਹੋ, ਇੱਕ ਲਿਖ ਲੈਂਦੇ ਹੋ ਇੱਕ ਸ਼ੀਟ ਲੈ ਕੇ ਕਿ ਓਕੇ ਸਾਡਾ ਗੋਲ ਹੈਗਾ ਇੰਨੀ ਦੇਰ ਤੱਕ ਅਸੀਂ ਆਹ ਚੀਜ਼ ਕਰਨੀ ਆ, ਸਾਨੂੰ ਇੰਨੇ ਪੈਸੇ ਸੇਵ ਕਰਨੇ ਪੈਣੇ ਉਦੋਂ ਤੱਕ। ਸੋ ਸਾਨੂੰ ਉਹਦੇ ਵਾਸਤੇ ਕੀ ਕਰਨਾ ਚਾਹੀਦਾ ਆ, ਉਹਦੇ ਵਾਸਤੇ ਤੁਸੀਂ ਆਪਣੀ ਪਲੈਨਿੰਗ ਕਰਦੇ ਹੋ। ਜਦੋਂ ਤੁਸੀਂ ਇੱਕ ਟੀਚਾ ਮਿੱਥ ਕੇ ਚੱਲਦੇ ਹੋ ਤੇ ਤੁਹਾਨੂੰ ਅਚੀਵ ਕਰਨ ਦੇ ਵਿੱਚ ਉਹਦੀ ਹੈਲਪ ਵੀ ਹੁੰਦੀ, ਤੁਹਾਨੂੰ ਇੱਕ ਮੋਟੀਵੇਸ਼ਨ ਰਹਿੰਦੀ ਕਿ ਓਕੇ ਮੈਂ ਇਸ ਚੀਜ਼ ਲਈ ਸੇਵ ਕਰ ਰਹੇ ਹੈਗੇ। ਸੋ ਉਹਨੂੰ ਆਪਾਂ ਉਹਦੇ ਘਰ ਦੇ ਆਪਣੇ ਖਰਚਿਆਂ ਦੇ ਵਿੱਚ ਅਕੋਰਡਿੰਗਲੀ ਸੇਵਿੰਗ ਉਸ ਹਿਸਾਬ ਨਾਲ ਉਸ ਗੋਲ ਤੱਕ ਕਰਦੇ ਆ। ਸੋ ਉਹਦੇ ਵਿੱਚ ਹਾਊਸ ਹੋਲਡ ਬਜਟ ਦੇ ਵਿੱਚ ਇਹ ਆ ਜਾਂਦਾ ਕਿ ਸਾਡੇ ਜਿਹੜੇ ਘਰ ਦੇ ਹੈਗੇ ਆ ਮੇਨ ਖਰਚੇ, ਜਿਹੜੇ ਕਿ ਅਸੀਂ ਰੋਟੀ ਪਾਣੀ ਦਾ ਖਰਚਾ, ਸਾਡਾ ਰੈਂਟ ਦਾ ਖਰਚਾ, ਮੌਰਗੇਜ ਦਾ ਖਰਚਾ, ਜਿਹੜੇ ਅਸੀਂ ਕਿ ਉਹ ਕਰਨੇ ਹੀ ਕਰਨੇ ਹੈਗੇ ਆ, ਉਹਨਾਂ ਨੂੰ ਸਾਈਡ ਤੇ ਕਰਕੇ ਅਸੀਂ ਕਿਹੜੇ ਖਰਚਿਆਂ ਦੇ ਵਿੱਚ ਜਿਹੜਾ ਅਵੋਇਡ ਕਰਕੇ ਸੇਵਿੰਗ ਕਰਕੇ ਜਿਹੜਾ ਹੈਗਾ ਕਿ ਉਸ ਬਜਟ ਜੋ ਅਸੀਂ ਰੱਖਿਆ ਹੋਇਆ ਆ, ਸਾਡਾ ਗੋਲ ਹੈਗਾ ਆ, ਉਹਦੇ ਵਾਸਤੇ ਸੇਵਿੰਗ ਕਿਸ ਤਰ੍ਹਾਂ ਕਰਨੀ ਆ। ਸੋ ਆਈ ਥਿੰਕ ਕਿ ਬਜਟਿੰਗ ਕਰਨੀ ਹਰ ਘਰ ਦੇ ਲਈ ਬਹੁਤ ਇੰਪੋਰਟੈਂਟ ਹੈਗੀ ਆ ਕਿ ਤੁਹਾਨੂੰ ਪਤਾ ਹੋਵੇ ਕਿ ਤੁਹਾਡੀ ਮੰਥਲੀ ਇਨਕਮ ਘਰ ਦੇ ਵਿੱਚ ਕਿੰਨੀ ਆ ਰਹੀ ਆ ਤੇ ਤੁਹਾਡੇ ਐਕਸਪੈਂਸ ਕਿੰਨੇ ਹੋ ਰਹੇ ਹੈਗੇ ਆ। ਸੋ ਉਹਦੇ ਵਿੱਚ ਇੱਕ ਤੇ ਜਦੋਂ ਤੁਸੀਂ ਉਹਨੂੰ ਰਾਈਟ ਡਾਊਨ ਕਰਦੇ ਆ ਤੇ ਤੁਹਾਨੂੰ ਪਤਾ ਲੱਗਦਾ ਕਿ ਕਿਹੜੇ ਐਕਸਪੈਂਸ ਜਿਹੜੇ ਹੈਗੇ ਆ ਇਹ ਜ਼ਰੂਰੀ ਨਹੀਂ ਹੈਗੇ, ਬਿਨਾਂ ਮਤਲਬ ਤੋਂ ਹੋ ਰਹੇ ਆ, ਤੇ ਕਿਹੜੇ ਜਿਹੜੇ ਇਹ ਮੋਰ ਇੰਪੋਰਟੈਂਟ ਹੈਗੇ ਆ ਜੀ। ਸੋ ਤੁਸੀਂ ਉਹਦੇ ਅਕੋਰਡਿੰਗ ਦੇ ਲਈ ਫਿਰ ਆਪਣੇ ਆਪ ਨੂੰ ਪਲਾਨ ਕਰ ਸਕਦੇ। ਕਈ ਵਾਰੀ ਲਖਵਿੰਦਰ ਜੀ ਇਹ ਵੀ ਗਲਤੀਆਂ ਚਾਹੁੰਦੀ ਆ ਕਿ ਸਬਕੌਂਸ਼ੀਅਸਲੀ ਕਈ ਆਪਾਂ ਤੋਂ ਇਹੋ ਜਿਹੀਆਂ ਸਪੈਂਡਿੰਗਸ ਹੋ ਜਾਂਦੀਆਂ ਜਦ ਤੱਕ ਕਿ ਆਪਾਂ ਨੂੰ ਉਹਨਾਂ ਨੂੰ ਨੋਟ ਡਾਊਨ ਨਹੀਂ ਕਰਦੇ, ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਇਹ ਜ਼ਰੂਰੀ ਸੀ ਜਾਂ ਨਹੀਂ।
ਕਈ ਬਿਲਕੁਲ ਵਾਰੀ ਜੀ। ਫਜ਼ੂਲ ਵਿੱਚ ਆਪਾਂ ਲੈਟਸ ਸੇ ਹੁਣ ਜਦੋਂ ਕਿਤੇ ਸੇਲਸ ਦਾ ਨਾਂ ਆਪਾਂ ਪੜ੍ਹਦੇ 50% ਆਫ ਜਾਂ ਜਿੰਨੇ ਵੀ % ਆਫ, ਸੋ ਆਟੋਮੈਟਿਕਲੀ ਆਪਾਂ ਉਧਰ ਨੂੰ ਤੁਰ ਪੈਂਦੇ ਆ, ਚਾਹੇ ਉਹ ਕੋਈ ਸੇਲ ਹੋਵੇ ਜਾਂ ਨਾ ਹੋਵੇ, ਹੈ ਨਾ। ਹਾਂਜੀ, ਜਦੋਂ ਆਪਾਂ ਸੇਲ ਦਾ, ਕਿਉਂਕਿ ਇਹ ਵੀ ਇੱਕ ਟ੍ਰਿਕ ਹੈਗਾ Trick, ਜੀ। ਮਾਰਕੀਟਿੰਗ ਦਾ, ਸੈਲਿੰਗ ਕਰਨ ਦਾ ਹੈਗਾ, ਜੀ। ਰਾਈਟ। ਅਸੀਂ ਉਸ ਚੀਜ਼ ਨੂੰ ਸਾਡੀ ਲੋੜ ਤੋਂ ਬਗੈਰ ਅਸੀਂ ਉਸ ਨੂੰ ਬਾਏ ਕਰਕੇ ਲਿਆ ਕੇ ਆਪਣੀ ਕਲੋਜ਼ਟ ਦੇ ਵਿੱਚ ਰੱਖ ਲੈਂਦੇ ਹਾਂ। ਹੁਣ ਲੈਟਸ ਸੀ, ਹੁਣ ਸਾਡੇ ਕੋਲ ਕਿੰਨੇ ਸੂਟ ਲਿਆਂਦੇ ਪਏ ਆ, ਜੀ। ਸਾਰਾ ਕੁਝ ਪਿਆ ਹੈਗਾ। ਕਈ ਵਾਰ ਤੁਹਾਨੂੰ ਸ਼ੂਜ਼ ਇੰਨੇ ਪਏ ਹੁੰਦੇ ਆ ਕਿ ਜੇ ਤੁਸੀਂ ਚੈੱਕ ਕਰੋ, ਕਈ ਵਾਰ ਤੁਸੀਂ ਉਹ ਕਈ ਸਾਲਾਂ ਤੱਕ ਪਾਏ ਹੀ ਨਹੀਂ ਹੁੰਦੇ, ਜੀ। ਕਿ ਤੁਹਾਡੇ ਉਦਾਂ ਹੀ ਪਏ ਹੁੰਦੇ ਆ। ਸੋ ਤੁਹਾਨੂੰ ਇਹ ਚੀਜ਼ ਨੂੰ ਬਹੁਤ ਥਿੰਕ ਕਰਨਾ ਚਾਹੀਦਾ ਕਿ ਐਟ ਲੀਸਟ ਈਵਨ ਕੱਪੜਿਆਂ ਦੀ ਸਪੈਂਡਿੰਗ ਦੇ ਲਈ ਵੀ, ਜੇ ਤੁਸੀਂ ਸਪੈਸ਼ਲੀ ਆਪਣੀਆਂ ਭੈਣਾਂ, ਜੇ ਤੁਸੀਂ ਕੁਝ ਹੋਰ ਬਾਏ ਕਰਨ ਜਾ ਰਹੇ, ਐਟ ਲੀਸਟ ਜੇ ਤੁਸੀਂ 2 ਲੈ ਕੇ ਆ ਰਹੇ ਹੋ ਜੀ। ਤੇ ਘੱਟੋ ਘੱਟ ਕਲੋਜ਼ਟ ਦੇ ਵਿੱਚੋਂ 4 ਕੱਪੜੇ ਬਾਹਰ ਹੋਰ ਕੱਢ ਦਿਓ ਤੁਸੀਂ, ਜੀ। ਜਿਹੜੇ ਕਿ ਤੁਹਾਡੇ ਨਹੀਂ ਵਰਤੋਂ ਦੇ ਵਿੱਚ ਹੈਗੇ। ਜਾਂ ਤੁਸੀਂ ਇਹ ਥਿੰਕ ਕਰੋ ਵੀ ਮੇਰੇ ਕੋਲ ਕਿਹੜੇ ਕੱਪੜੇ ਹੈਗੇ ਆ, ਮੈਨੂੰ ਕਿਹੜੇ ਹੋਰ ਬਾਏ ਕਰਨੇ ਚਾਹੀਦੇ ਆ ਜਾਂ ਨਹੀਂ ਕਰਨੇ ਚਾਹੀਦੇ। ਉਹਦੇ ਨਾਲ ਵੀ ਅਸੀਂ ਜਿਹੜੇ ਹੈਗੇ ਆ ਬਿਨਾਂ ਮਤਲਬ ਦੇ ਫਜ਼ੂਲ ਖਰਚੇ ਜਿਹੜੇ ਆ ਉਹਨਾਂ ਨੂੰ ਆਪਾਂ ਅਵੋਇਡ ਕਰ ਸਕਦੇ ਆ। ਜਿਹੜੇ ਤੇ ਜ਼ਰੂਰੀ ਹੈਗੇ ਆ, ਰਾਈਟ, ਜਿਹੜੇ ਆਪਾਂ ਅਵੋਇਡ ਨਹੀਂ ਕਰ ਸਕਦੇ ਉਹ ਤਾਂ ਆਪਾਂ ਨੂੰ ਕਰਨੇ ਹੀ ਪੈਣਗੇ। ਜੀ। ਪਰ ਜਿਨ੍ਹਾਂ ਨੂੰ ਅਸੀਂ ਅਵੋਇਡ ਕਰ ਸਕਦੇ ਆ ਉਹਨਾਂ ਨੂੰ ਕਰਕੇ ਜੇ ਅਸੀਂ ਕੋਈ ਗੋਲ ਰੱਖ ਕੇ ਚੱਲਦੇ ਆ ਤਾਂ ਉਹਨੂੰ ਅਚੀਵ ਕਰਨ ਦੇ ਵਿੱਚ ਸਾਨੂੰ ਮੋਰ ਹੈਲਪਫੁਲ ਹੋ ਜਾਂਦਾ। ਜੀ, ਮੈਨੂੰ ਆਪ ਹੀ ਪਰਸਨਲੀ ਲੱਗਦਾ ਕਿ ਜਿਹੜੀ ਡਾਕੂਮੈਂਟੇਸ਼ਨ ਆ ਇਸ ਕਰਕੇ ਵੀ ਬਹੁਤ ਜ਼ਰੂਰੀ ਹੁੰਦੀ ਆ ਕਿ ਅਸੀਂ ਜੇ ਕਈ ਵਾਰੀ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਇਸ ਵਾਰੀ ਲੈਟਸ ਸੇ ਆਪਾਂ ਗਰੋਸਰੀ ਲੈਣ ਗਏ ਆ, ਕਈ ਵਾਰੀ ਘਰ ਤੋਂ ਆਪਾਂ ਨਿਕਲਦੇ ਆ ਗਰੋਸਰੀ ਲੈਣ ਲਈ, ਪਰ ਰਾਹ 'ਚ 1-2 ਹੋਰ ਸਟਾਪਸ ਵੀ ਲੱਗ ਜਾਂਦੇ ਆ ਨਾ। ਪਰ ਜੇ ਮੈਨੂੰ ਲੱਗਦਾ ਇੱਕ ਵਧੀਆ ਸੁਭਾਅ ਬਣਾ ਲਈਏ ਕਿ ਆ ਕੇ ਆਪਾਂ ਵੀ ਕੈਨ ਨੋਟ ਇਟ ਡਾਊਨ, ਉਸ ਹਿਸਾਬ ਨਾਲ ਆਪਾਂ ਜ਼ਿਆਦਾ ਵਧੀਆ ਤਰੀਕੇ ਨਾਲ ਆਪਾਂ ਸਪੈਂਡਿੰਗ ਕਰ ਸਕਦੇ ਹਾਂ ਜਾਂ ਬਚਤ ਕਰ ਸਕਦੇ ਹਾਂ। ਬਿਲਕੁਲ, ਜਿੱਦਾਂ ਤੁਸੀਂ ਹੁਣ ਗਰੋਸਰੀ ਦੀ ਵੀ ਗੱਲ ਕੀਤੀ, ਜੇ ਤੁਸੀਂ ਹੁਣ ਘਰੋਂ ਇੱਕ ਲਿਸਟ ਲੈ ਕੇ ਚੱਲਦੇ ਹੋ ਕਿ ਮੈਂ ਆਹ ਸਮਾਨ ਲੈ ਕੇ ਆਣਾ, ਸੋ ਤੁਸੀਂ ਫਿਰ ਉਹ ਲਿਸਟ ਦੇ ਅਕੋਰਡਿੰਗਲੀ ਹੀ ਸਮਾਨ ਲੈ ਕੇ ਆਓਗੇ। ਜੇ ਤੁਸੀਂ ਉਦਾਂ ਹੀ ਚਲੇ ਜਾਂਦੇ ਹੋ, ਕਈ ਵਾਰ ਉਹ ਚੀਜ਼ ਦੀ ਲੋੜ ਵੀ ਨਹੀਂ ਹੁੰਦੀ ਤੁਹਾਨੂੰ, ਤੁਸੀਂ ਐਕਸਟਰਾ ਚੱਕ ਕੇ ਲੈ ਆਉਂਦੇ ਹੋ ਘਰ ਦੇ ਵਿੱਚ। ਸੋ ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਜਿਹੜੇ ਹੈਗੇ ਆ ਇਨਕਮ ਤੇ ਤੁਹਾਡੀ ਉਨੀ ਆ ਰਹੀ ਆ, ਤੁਹਾਡਾ ਐਕਸਪੈਂਸ ਉਸ ਮਹੀਨੇ ਦਾ ਵੱਧ ਗਿਆ, ਸੋ ਉਹ ਤੁਹਾਡੀ ਬਜਟ ਜਿਹੜਾ ਉਹ ਬੈਲੈਂਸ ਨਹੀਂ ਰਹਿੰਦਾ, ਉਹ ਡਾਵਾਂਡੋਲ ਹੋ ਜਾਂਦਾ। ਸੋ ਇਸ ਕਰਕੇ ਤੁਹਾਨੂੰ ਇਸ ਚੀਜ਼ ਲਈ ਅਲੋਕੇਟ ਕਰ ਦੇਣਾ ਚਾਹੀਦਾ ਕਿ ਓਕੇ ਇੰਨੇ ਹੀ ਮਨੀ ਮੇਰੇ ਗਰੋਸਰੀ ਲਈ ਆ, ਇੰਨੇ ਜਿਹੜੇ ਹੈਗੇ ਆ ਮੇਰੇ ਜਿਹੜੇ ਹੈਗੇ ਐਂਟਰਟੇਨਮੈਂਟ ਦੇ ਲਈ ਹੈਗੇ ਆ, ਇੰਨੇ ਜਿਹੜੇ ਹੈਗੇ ਆ ਮੇਰੇ ਆਹ ਮਾਰਗੇਜ ਪੇਮੈਂਟਸ ਦੇ ਲਈ ਹੈਗੇ ਆ, ਇੰਨੀ ਮੇਰੀ ਸੇਵਿੰਗ ਹੈਗੀ ਆ ਟੂ ਅਚੀਵ ਮਾਈ ਗੋਲ। ਜੀ, ਹੁਣ ਤੁਸੀਂ ਸਾਨੂੰ ਇਹ ਦੱਸੋ ਕਿ ਜਦੋਂ ਹਾਊਸ ਹੋਲਡ ਬਜਟ ਦੀ ਗੱਲ ਕਰਦੇ ਆ ਤੇ ਕੀ ਕੀ ਚੀਜ਼ਾਂ ਜਿਹੜੀਆਂ ਕੰਸੀਡਰ ਕਰਦੀਆਂ, ਕਿਹੜੀਆਂ ਚੀਜ਼ਾਂ ਉਸ ਬਜਟ ਦੇ ਵਿੱਚ ਆਪਾਂ ਦੇਖਦੇ ਆ? ਦੇਖੋ ਜੀ, ਜਦੋਂ ਤੁਸੀਂ ਹਾਊਸ ਹੋਲਡ ਬਜਟ ਦੀ ਗੱਲ ਕਰੋਗੇ, ਜੀ, ਸਭ ਤੋਂ ਪਹਿਲਾਂ ਤੇ ਤੁਹਾਡੇ ਮੇਨ ਜਿਹੜੇ ਐਕਸਪੈਂਸ ਹੈਗੇ ਆ, ਜਾਂ ਤੁਹਾਡਾ ਰੈਂਟ, ਜਾਂ ਤੁਹਾਡੀ ਮਾਰਗੇਜ ਦੀ ਪੇਮੈਂਟ ਹੈਗੀ ਆ, ਸੋ ਤੁਹਾਡੀ ਜੇ ਗੱਡੀ ਰੱਖੀ ਹੈਗੀ ਆ, ਗੱਡੀ ਦੀ ਇੰਸ਼ੋਰੈਂਸ ਵੀ ਹੈਗੀ ਆ ਤੁਹਾਡੀ, ਸੋ ਤੁਸੀਂ ਐਕਸਪੈਂਸ ਸਾਈਡ ਤੇ ਲਿਖ ਲੈਣੇ ਆ। ਸੋ ਇਨਕਮ ਜਿਹੜੀ ਹੈਗੀ ਆ, ਜਦੋਂ ਤੁਸੀਂ ਬਜਟ ਕਰਨਾ ਤੁਸੀਂ ਦੇਖਣਾ ਕਿ ਓਕੇ ਸਾਡੀ ਮੰਥਲੀ ਇਨਕਮ ਕਿੰਨੀ ਹੈਗੀ ਆ। ਸੋ ਸਾਡੇ ਐਕਸਪੈਂਸ ਜਿਹੜੇ ਹੈਗੇ ਆ ਇੱਕ ਤਾਂ ਤੁਹਾਡੇ ਹੋ ਗਏ ਨਾ ਫਰਮ ਐਕਸਪੈਂਸ, ਜਿਹੜੇ ਜਾਣੇ ਹੀ ਜਾਣੇ ਆ, ਡਸਨਟ ਮੈਟਰ ਵਾਟ। ਤੇ ਕੁਝ ਐਕਸਪੈਂਸ ਜਿਹੜੇ ਹੁੰਦੇ ਆ ਤੁਸੀਂ ਉਹਨਾਂ ਨੂੰ, ਜਿਨ੍ਹਾਂ ਨੂੰ ਤੁਸੀਂ ਦੇਖਣਾ ਕਿ ਇਹ ਐਕਸਪੈਂਸ ਜਿਹੜੇ ਹੈਗੇ ਆ ਅਵੋਇਡੇਬਲ ਹੈਗੇ ਆ ਜਾਂ ਨਹੀਂ ਹੈਗੇ। ਜਿਹੜੀਆਂ ਮੇਨ ਚੀਜ਼ਾਂ ਹੈਗੀਆਂ ਆ, ਜਿੱਦਾਂ ਰੈਂਟ ਹੋ ਗਿਆ, ਗਰੋਸਰੀ ਹੋ ਗਈ, ਕਾਰ ਇੰਸ਼ੋਰੈਂਸ ਹੋ ਗਈ, ਘਰ ਦੀ ਇੰਸ਼ੋਰੈਂਸ ਹੋ ਗਈ, ਇਹ ਐਕਸਪੈਂਸ ਤੇ ਹੈਗੇ ਆ ਕਿ ਇਹ ਠੀਕ ਹੈ ਸਾਡੇ ਫਰਮ ਐਕਸਪੈਂਸ ਹੈਗੇ ਆ। ਉਸ ਤੋਂ ਬਾਅਦ ਅਸੀਂ ਗਰੋਸਰੀ ਵੀ ਸਾਡੀ ਉਹਨੂੰ ਵੀ ਅਲੋਕੇਟ ਕਰਨਾ ਹੀ ਪੈਣਾ ਕਿ ਆਪਾਂ ਨੂੰ ਖਾਣ ਪੀਣ ਦਾ ਸਮਾਨ ਵੀ ਲਿਆਉਣਾ ਹੀ ਆ ਘਰ ਦੇ ਵਿੱਚ, ਠੀਕ ਹੈ। ਸੋ ਇਹਦੇ ਵਿੱਚ ਅਸੀਂ ਸਾਡੇ ਜਿਹੜੇ ਕੁਝ ਬਜਟ ਹੁੰਦੇ ਆ ਕਿ ਅਸੀਂ ਰੱਖਿਆ ਹੁੰਦਾ ਸੀ ਮੂਵੀ ਵਾਸਤੇ ਜਾਣਾ ਆ, ਸਾਡਾ ਐਂਟਰਟੇਨਮੈਂਟ ਦਾ ਬਜਟ ਹੈਗਾ, ਸਾਡਾ ਵਕੇਸ਼ਨ ਦਾ ਬਜਟ ਹੈਗਾ ਆ, ਜਾਂ ਉਹਦੇ ਵਿੱਚੋਂ ਅਸੀਂ ਕਿ ਕਿਸ ਚੀਜ਼ ਤੋਂ ਅਸੀਂ ਸੇਵਿੰਗ ਕਰ ਸਕਦੇ ਆ ਕਿ ਸਾਡੀ ਤਦ ਕਿ ਸਾਡਾ ਗੋਲ ਜਿਹੜਾ ਹੈਗਾ ਆ, ਜਦੋਂ ਅਸੀਂ ਕੋਈ ਵੀ ਟੀਚਾ ਮਿੱਥ ਕੇ ਚੱਲਦੇ ਹਾਂ ਕਿ ਅਸੀਂ ਇਸ ਟੀਚੇ ਤੇ ਪਹੁੰਚਣਾ ਆ, ਸੋ ਆਟੋਮੈਟਿਕਲੀ ਫਿਰ ਤੁਸੀਂ ਸਾਰੇ ਜਾਣੇ ਮਿਲ ਕੇ ਉਸ ਚੀਜ਼ ਲਈ ਟਰਾਈ ਕਰਦੇ ਕਿ ਅਸੀਂ ਉਸ ਲਈ ਸੇਵਿੰਗ ਕਰਨੀ ਆ ਸਾਈਡ ਦੇ ਉੱਤੇ। ਸੋ ਸਪੈਸ਼ਲੀ ਜਦੋਂ ਤੁਸੀਂ ਇੱਕ ਪੇਪਰ ਤੇ ਉਹ ਚੀਜ਼ ਨੂੰ ਲਿਖ ਲੈਂਦੇ ਆ, ਇਟਸ ਮੋਰ ਈਜ਼ੀ ਫॉर ਯੂ। ਸੋ ਕਈ ਵਾਰੀ ਆਪਾਂ ਲਖਵਿੰਦਰ ਜੀ ਇਹ ਵੀ ਦੇਖਦੇ ਹਾਂ ਕਿ ਜਿਵੇਂ ਆਪਣੇ ਮੋਸਟਲੀ ਕੈਨੇਡੀਅਨ ਫੈਮਲੀਜ਼ ਆ, ਆਪਾਂ ਪੇਚੈਕ ਟੂ ਪੇਚੈਕ ਚੱਲਣ ਦਾ ਬਹੁਤ ਆਪਣੇ ਰਿਵਾਜ ਹੋ ਗਿਆ ਮੈਨੂੰ ਲੱਗਦਾ, ਹੈ ਨਾ, ਕਿ ਜਿਸ ਮਹੀਨੇ ਆਪਾਂ ਸੋਚ ਲਓ ਕਿ ਆਪਾਂ ਜ਼ਿਆਦਾ ਕੁਝ ਅਰਨਿੰਗਸ ਕਰ ਲਈਆਂ ਜਾਂ ਲੈਟਸ ਸੇ ਕਈ ਕੇਸਿਸ ਦੇ ਵਿੱਚ ਬੋਨਸ ਵੀ ਮਿਲ ਗਿਆ, ਤੇ ਫਿਰ ਆਪਾਂ ਨੂੰ ਹੁੰਦਾ ਵੀ ਹੁਣ ਇਹ ਕਿੱਦਾਂ ਖਰਚੀਏ, ਹੈ ਨਾ। ਸੋ ਇਹਦੇ ਬਾਰੇ ਕੋਈ ਤੁਸੀਂ ਟਿਪ ਦੱਸੋ ਵੀ ਜਦੋਂ ਆਪਾਂ ਬਜਟਿੰਗ ਬਣਾਉਣੀ ਹੈ, ਜੇ ਆਪਾਂ ਨੂੰ ਐਕਸਪੈਕਟਡ ਹੈਗਾ ਵੀ ਇਸ ਮਹੀਨੇ ਸਾਨੂੰ ਕੁਝ ਐਕਸਟਰਾ ਇਨਕਮ ਆਉਣੀ ਆ, ਤੇ ਉਹਨੂੰ ਅਸੀਂ ਕਿਸ ਤਰ੍ਹਾਂ ਜ਼ਿਆਦਾ ਵਧੀਆ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ?
ਸੋ ਮੈਂ ਸੇਮ ਉਹੀ ਚੀਜ਼ ਕਵਾਂਗੀ ਲਵਿੰਦਰ ਜੀ ਅਗੇਨ ਕਿ ਜੇ ਤੁਹਾਡੇ ਕੋਲ ਐਕਸਟਰਾ ਇਨਕਮ ਆਈ ਆ ਜੀ। ਸੋ ਸੇਮ ਫਸਟ ਆਫ ਆਲ ਯੂ ਨੀਡ ਟੂ ਥਿੰਕ ਕਿ ਅਸੀਂ ਆਪਣੇ ਰੇਨੀ ਡੇਜ਼ ਵਾਸਤੇ ਕਿੰਨੇ ਕੁ ਸੇਵਿੰਗ ਸਾਈਡ ਤੇ ਹੈਗੀ ਆ। ਜੀ ਜੇ ਤੁਹਾਡੇ ਉਹ ਪੈਸੇ ਘੱਟ ਹੈਗੇ ਆ ਸੋ ਉਸ ਤੁਸੀਂ ਉਧਰ ਪਾ ਸਕਦੇ ਹੋ ਉਹ ਪੈਸੇ। ਪਰ ਹਾਂ ਠੀਕ ਆ, ਤੁਸੀਂ ਆਪਣੇ ਆਪ ਨੂੰ ਪੈਂਪਰ ਵੀ ਕਰ ਸਕਦੇ ਹੋ, ਪਰ ਡੋਂਟ ਡੂ ਦੈਟ ਵੇ ਕਿ ਵੀ ਤੁਸੀਂ ਸਾਰਾ ਹੀ ਸਪੈਂਡ ਕਰ ਦਿਓ। ਜੀ ਪਰ ਹਾਂ ਉਹਨੂੰ ਬਜਟਿੰਗ ਦੇ ਅਕੋਰਡਿੰਗਲੀ ਚੱਲੋ, ਕਿਉਂਕਿ ਹੁਣ ਜਿਸ ਤਰ੍ਹਾਂ ਲੈਸੀ ਅੱਜ ਕੱਲ ਆਪਣੀ ਕੋਵਿਡ-19 ਦੀ ਸਿਚੁਏਸ਼ਨ ਚੱਲ ਰਹੀ ਹੈਗੀ ਆ, ਸੋ ਸਾਨੂੰ 2000 ਦੀ ਚੈੱਕ ਆ ਰਹੀ ਆ। ਸੋ ਜਿਹੜੇ ਵੀ ਲੋਕਾਂ ਨੇ ਅਪਲਾਈ ਕੀਤਾ ਹੈਗਾ ਆ, ਠੀਕ ਆ, ਉਹਨਾਂ ਨੂੰ ਆ ਰਹੇ, ਕਈਆਂ ਨੂੰ ਇਹ ਲੱਗ ਰਿਹਾ ਕਿ ਇਹ ਤੇ ਫ੍ਰੀ ਦੇ ਪੈਸੇ ਹੈਗੇ ਜੀ। ਬਟ ਲਾਈਕ ਤੁਸੀਂ ਹੁਣ ਜਿੱਥੇ ਤੇ ਰੀਅਲੀ ਨੀਡ ਆ ਉਹਨਾਂ ਦੀ, ਤੁਸੀਂ ਉਹਨੂੰ ਉਸ ਅਕੋਰਡਿੰਗਲੀ ਸਪੈਂਡ ਕਰੋਗੇ ਕਿ ਠੀਕ ਆ ਮੇਰੇ ਖਰਚੇ ਕੱਢ ਕੇ ਜਿਹੜੀ ਸਾਡੀ ਐਕਚੁਅਲੀ ਇਨਕਮ ਸੀ ਉਹਦੇ ਨਾਲੋਂ ਵੀ ਘੱਟ ਪੈਸੇ ਆ ਰਹੇ ਆ, ਅਸੀਂ ਉਹਨੂੰ ਬਜਟ ਉਸ ਹਿਸਾਬ ਦੇ ਨਾਲ ਅਸੀਂ ਖਰਚੇ ਕਿੱਦਾਂ ਕੰਟਰੋਲ ਕਰਨੇ ਆ। ਜੀ ਇਹ ਤੇ ਕੁਦਰਤੀ ਸਾਰਾ ਕੁਝ ਬੰਦ ਹੋਣ ਕਰਕੇ, ਲਾਕਡਾਊਨ ਹੋਣ ਕਰਕੇ ਸਾਡੀ ਕਾਫੀ ਖਰਚੇ ਜਿਹੜੇ ਆ ਸਾਡੇ ਨਾ ਚਾਹੁੰਦਿਆਂ ਹੋਇਆ ਵੀ ਕੰਟਰੋਲ ਹੋ ਗਏ, ਕਾਫੀ ਘਟ ਗਏ। ਜੀ ਬਿਲਕੁਲ ਜੀ। ਪਰ ਸਾਨੂੰ ਫਿਰ ਵੀ ਸਟਿਲ ਆਨਲਾਈਨ ਸ਼ਾਪਿੰਗ ਸਟਿਲ ਅਵੇਲੇਬਲ ਹੈਗੀ ਆ। ਸੋ ਵੀ ਨੀਡ ਟੂ ਥਿੰਕ ਕਿ ਕਿਹੜੀ ਚੀਜ਼ ਨੂੰ ਅਸੀਂ ਅਵੋਇਡ ਕਰ ਸਕਦੇ ਆ ਤਦ ਕਿ ਸਾਡੇ ਕੋਲ ਅਨਫ ਸੇਵਿੰਗਸ ਸਾਈਡ ਤੇ ਰਹਿਣ ਕਿ ਜੇ ਸਾਨੂੰ ਲੋੜ ਪਵੇ, ਕੋਈ ਵੀ ਇੰਪੋਰਟੈਂਟ ਚੀਜ਼, ਕੋਈ ਵੀ ਅਨਐਕਸਪੈਕਟਡ ਸਾਡਾ ਐਕਸਪੈਂਸ ਆ ਜਾਵੇ, ਸੋ ਵੀ ਸ਼ੁੱਡ ਹੈਵ ਸਮਥਿੰਗ ਔਨ ਸਾਈਡ। ਜੀ ਬਿਲਕੁਲ। ਲਖਵਿੰਦਰ ਜੀ, ਆਪਾਂ ਆਪਣੀ ਗੱਲਬਾਤ ਇਸੇ ਤਰੀਕੇ ਨਾਲ ਕੰਟੀਨਿਊ ਕਰਾਂਗੇ। ਇੱਕ ਛੋਟਾ ਜਿਹਾ ਬ੍ਰੇਕ ਲੈ ਲਈਏ। ਬਿਲਕੁਲ ਜੀ। ਸੋ ਅਸੀਂ ਆਉਂਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ। ਲਖਵਿੰਦਰ ਜੀ, ਬ੍ਰੇਕ ਤੋਂ ਬਾਅਦ ਅਸੀਂ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਬੜੀ ਵਧੀਆ ਤਰੀਕੇ ਨਾਲ ਤੁਸੀਂ ਸਾਨੂੰ ਜਾਣਕਾਰੀ ਦੇ ਰਹੇ ਹੋ। ਤੁਸੀਂ ਸਾਨੂੰ ਇਹ ਦੱਸੋ ਕਿ ਅਸੀਂ ਆਪਣਾ ਬਜਟ ਕਿਸ ਤਰ੍ਹਾਂ ਪਲਾਨ ਕਰ ਸਕਦੇ ਹਾਂ ਇਨ ਟਰਮਸ ਆਫ, ਜੇ ਫॉर ਐਗਜ਼ਾਮਪਲ ਆਪਾਂ ਬੱਚਿਆਂ ਦੀ ਐਜੂਕੇਸ਼ਨ ਲਈ ਵੀ ਸੇਵ ਕਰਨਾ, ਜਾਂ ਆਪਾਂ ਆਪਣੀ ਕਿਸੇ ਰਿਟਾਇਰਮੈਂਟ ਵਾਸਤੇ ਵੀ ਸੇਵ ਕਰਨਾ, ਜਾਂ ਕੋਈ ਸੇਵਿੰਗਸ ਅਕਾਊਂਟ ਇਦਾਂ ਦੇ ਹੁੰਦੇ ਆ, ਤੁਸੀਂ ਉਹਦੇ ਬਾਰੇ ਸਾਨੂੰ ਦੱਸੋ। ਹਾਂਜੀ ਲਵਿੰਦਰ ਜੀ, ਬਿਲਕੁਲ ਤੁਸੀਂ ਸਹੀ ਗੱਲ ਕੀਤੀ ਹੈ ਕਿ ਜਦੋਂ ਤੁਸੀਂ ਸੇਵਿੰਗ ਕਰਨੀ ਆ, ਸੋ ਸੇਵਿੰਗ ਦਾ ਮਤਲਬ ਇਹ ਨਹੀਂ ਕਿ ਤੁਸੀਂ ਸੇਵਿੰਗ ਅਕਾਊਂਟ ਦੇ ਵਿੱਚ ਪੈਸੇ ਰੱਖ ਲਏ। ਸੋ ਤੁਹਾਡਾ ਗੋਲ ਹੁੰਦਾ ਕਿ ਤੁਸੀਂ ਕਿਸ ਚੀਜ਼ ਲਈ ਸੇਵਿੰਗ ਕਰ ਲਿਓ। ਲੈਸੀ ਜੇ ਤੁਹਾਡਾ ਕੱਲ ਨੂੰ ਹੈਗਾ ਗੋਲ, ਆਉਣ ਵਾਲੇ ਤੁਹਾਡੇ ਲੌਂਗ ਟਰਮ ਗੋਲ, ਕੁਝ ਸ਼ਾਰਟ ਟਰਮ ਗੋਲ ਹੁੰਦੇ ਆ। ਸੋ ਲੌਂਗ ਟਰਮ ਗੋਲਸ ਦੇ ਵਿੱਚ ਆ ਜਾਂਦਾ ਕਿ ਤੁਸੀਂ ਲੌਂਗ ਟਰਮ ਤੇ ਜਾ ਕੇ ਕਿਸ ਚੀਜ਼ ਲਈ ਸਪੈਂਡਿੰਗ ਕਰਨ ਵਾਸਤੇ ਸੇਵਿੰਗ ਕਰ ਰਹੇ ਹੋ। ਲੈਸੀ ਤੁਹਾਡਾ ਗੋਲ ਹੈਗਾ ਕਿ ਤੁਸੀਂ ਅੱਜ ਤੋਂ 5 ਸਾਲਾਂ ਬਾਅਦ ਜਾਂ 10 ਸਾਲਾਂ ਬਾਅਦ ਕੋਈ ਘਰ ਲੈਣਾ, ਉਹਦੇ ਵਾਸਤੇ ਸੇਵਿੰਗ ਕਰਨੀ ਆ। ਸੋ ਬੈਟਰ ਆਪਸ਼ਨ ਆ ਕਿ ਇੱਕ ਤੇ ਜੇ ਤੁਹਾਡੀ ਹੁਣ ਇਨਕਮ ਹਾਈ ਆ, ਤੁਸੀਂ RRSP ਦੇ ਵਿੱਚੋਂ ਪੈਸੇ ਪਾ ਲੈਂਦੇ ਹੋ। ਸੋ ਫਸਟ ਟਾਈਮ ਹੋਮ ਬਾਇਰ ਹੋ, ਤੁਸੀਂ RRSP ਦੇ ਅੰਡਰ ਉਹਨੂੰ ਫਸਟ ਟਾਈਮ ਹੋਮ ਬਾਇਰ ਦੇ ਅੰਡਰ ਉਹਨਾਂ ਨੂੰ ਅਪ ਟੂ 35,000 ਤੱਕ ਪਰ ਪਰਸਨ ਜਿਹੜੇ ਹੈਗੇ ਵਿਡਰਾਅ ਕਰ ਸਕਦੇ ਹੈਗੇ ਆ। ਸੋ ਸੇਮ ਥਿੰਗ, ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਨਹੀਂ ਹੈਗੇ, ਤੁਸੀਂ ਸੇਵਿੰਗ ਸਟਿਲ ਕਰਨੀ ਹੈਗੀ ਆ, ਤੁਸੀਂ ਟੈਕਸ ਫ੍ਰੀ ਸੇਵਿੰਗ ਅਕਾਊਂਟ ਦੇ ਵਿੱਚ ਪਾ ਦਿਓ ਕਿ ਉਹਦੇ ਵਿੱਚ ਜਿਹੜਾ ਤੁਹਾਡਾ ਮਨੀ ਗਰੋ ਹੋ ਰਿਹਾ ਆ, ਉਹ ਜਿਹੜਾ ਹੈਗਾ ਆ ਉਹ ਟੈਕਸੇਬਲ ਨਹੀਂ ਹੈਗਾ, ਜਿਹੜਾ ਉਹਦੇ ਤੇ ਤੁਸੀਂ ਇੰਟਰਸਟ ਅਰਨ ਕਰਦੇ ਹੈਗੇ। ਹਾਂਜੀ, ਸੋ ਜੇ ਤੁਸੀਂ ਟੈਕਸ ਫ੍ਰੀ ਸੇਵਿੰਗ ਵੀ ਮੈਕਸਡ ਅਪ ਹੈਗੇ ਹੋ, ਸੋ ਉਹਦੇ ਵਿੱਚ ਵੀ ਲਿਮਿਟ ਹੁੰਦੀ ਆ ਕਿ ਤੁਸੀਂ ਕਿੰਨੇ ਪੈਸੇ ਪਾ ਸਕਦੇ ਹੁੰਦੇ ਆ। ਸੋ ਤੁਸੀਂ ਫਿਰ ਬੈਂਕਾਂ ਦੇ ਵਿੱਚ ਹਾਈ ਇੰਟਰਸਟ ਸੇਵਿੰਗ ਅਕਾਊਂਟਸ ਹੁੰਦੇ ਆ, ਤੁਸੀਂ ਉਹਨਾਂ ਦੇ ਵਿੱਚ ਪੈਸੇ ਪਾ ਸਕਦੇ ਹੋ। ਸੋ ਸੇਮ ਥਿੰਗ, ਜੇ ਤੁਸੀਂ ਲਵਿੰਦਰ ਜੀ ਬੱਚਿਆਂ ਦੀ ਗੱਲ ਕੀਤੀ ਸੀਗੀ, ਹੁਣ ਐਜੂਕੇਸ਼ਨ ਜਿਹੜੀ ਕਾਫੀ ਮਹਿੰਗੀ ਹੈਗੀ ਆ, ਅੱਗੇ ਤੋਂ ਅੱਗੇ ਜਿੱਦਾਂ ਹਰ ਇੱਕ ਚੀਜ਼ ਐਕਸਪੈਂਸਿਵ ਹੁੰਦੀ ਜਾ ਰਹੀ ਆ। ਸੋ ਇਟਸ ਬੈਟਰ ਆ ਕਿ ਜੇ ਅਸੀਂ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਦੇ ਲਈ RESP ਪਲਾਨਸ ਵਗੈਰਾ ਦੇ ਵਿੱਚ ਸੇਵਿੰਗ ਕਰਨੀ ਸ਼ੁਰੂ ਕਰ ਦਿੰਦੇ ਆ, ਤੇ ਤੁਹਾਨੂੰ ਗਵਰਨਮੈਂਟ ਵੀ ਉਹਦੇ ਵਿੱਚ ਗ੍ਰਾਂਟਸ ਵਗੈਰਾ ਦਿੰਦੇ ਹੈਗੇ ਆ। ਸੋ ਜਿਹੜਾ ਕਿ ਜਦੋਂ ਉਹ ਬੱਚਿਆਂ ਨੇ ਯੂਨੀਵਰਸਿਟੀ ਜਾਂ ਹਾਇਰ ਐਜੂਕੇਸ਼ਨ ਵਾਸਤੇ ਜਾਣਾ ਆ, ਤੇ ਤੁਹਾਨੂੰ ਪਤਾ ਵੀ ਨਹੀਂ ਚੱਲਦਾ ਕਿ ਉਹਨਾਂ ਦੀ ਜਿਹੜਾ ਕਿਊਮੂਲੇਟ ਫੰਡਸ ਜਿਹੜੇ ਉਹਨਾਂ ਵਾਸਤੇ ਐਜੂਕੇਸ਼ਨ ਵਾਸਤੇ ਹੋ ਜਾਂਦੇ ਹੈਗੇ ਆ। ਸੋ ਬੈਂਕਸ ਦੇ ਵਿੱਚ ਬਹੁਤ ਸਾਰੀਆਂ ਪਲਾਨਸ ਹੈਗੀਆਂ, ਜੋ ਤੁਸੀਂ ਆਪਣੇ ਬੈਂਕ ਰਿਪਰੈਜ਼ੈਂਟੇਟਿਵ ਨੂੰ ਜਾ ਕੇ ਜੇ ਉਹਦੇ ਬਾਰੇ ਕੁਝ ਵੀ ਪੁੱਛੋਗੇ, ਸੋ ਤੁਹਾਨੂੰ ਆਫ ਕੋਰਸ ਉਹ ਡਿਟੇਲ ਦੇ ਵਿੱਚ ਦੱਸਣਗੇ ਕਿ ਤੁਸੀਂ ਕਿਸ ਅਕਾਊਂਟ ਦੇ ਵਿੱਚ, ਜੋ ਤੁਸੀਂ ਗੋਲ ਦੱਸਦੇ ਕਿ ਅਸੀਂ ਸੇਵਿੰਗ ਕਰਨੀ ਆ, ਉਹ ਤੁਹਾਨੂੰ ਸਹੀ ਗਾਈਡ ਕਰਨਗੇ ਕਿ ਤੁਸੀਂ ਕਿਸ ਅਕਾਊਂਟ ਦੇ ਵਿੱਚ ਆਪਣੇ ਪੈਸੇ ਪਾਓ, ਕਿ ਜਿਨ੍ਹਾਂ ਦੇ ਵਿੱਚ ਤੁਹਾਡੀ ਸੇਵਿੰਗ ਜਿਹੜੀ ਉਹ ਗਰੋ ਵੀ ਵਧੀਆ ਤਰੀਕੇ ਨਾਲ ਹੋਵੇ। ਬਿਲਕੁਲ। ਕਈ ਤੇ ਲਖਵਿੰਦਰ ਜੀ ਆਪਾਂ ਇਹ ਵੀ ਦੇਖਦੇ ਹਾਂ, ਜਿਵੇਂ ਕਈ ਸੇਵਿੰਗਸ ਅਕਾਊਂਟ ਇਸ ਤਰ੍ਹਾਂ ਦੇ ਹੁੰਦੇ ਆ ਜਿਹਦੇ ਵਿੱਚ ਤੁਹਾਡਾ ਇੰਟਰਸਟ ਅਕੂਮੂਲੇਟ ਹੋਈ ਜਾਂਦਾ,
ਸੋ ਮੈਨੂੰ ਲੱਗਦਾ ਇਹ ਬਹੁਤ ਵਧੀਆ ਆਪਸ਼ਨਸ ਹੈਗੀਆਂ, ਕਾਫੀ ਬੈਂਕਸ ਵੱਲੋਂ ਇਹ ਦਿੱਤੀਆਂ ਜਾਂਦੀਆਂ। ਜਿਵੇਂ ਤੁਸੀਂ ਗੱਲ ਕੀਤੀ ਐਜੂਕੇਸ਼ਨ ਪਲਾਨ ਦੀ, ਕਾਫੀ ਮੈਨੂੰ ਲੱਗਦਾ ਆਪਣੀਆਂ ਕ੍ਰੈਡਿਟ ਯੂਨੀਅਨਸ ਵੱਲੋਂ ਵੀ ਗ੍ਰਾਂਟ ਦਿੱਤੀਆਂ ਜਾਂਦੀਆਂ। ਬਿਲਕੁਲ ਜੀ, ਬੈਂਕਸ ਦੇ ਵਿੱਚ ਸਾਰੀਆਂ ਤਕਰੀਬਨ ਕ੍ਰੈਡਿਟ ਯੂਨੀਅਨ ਬੈਂਕਸ ਸਾਰੀਆਂ ਜਿਹੜੀਆਂ ਹੈਗੀਆਂ ਇਹ ਤੁਹਾਨੂੰ ਜਿਹੜੀਆਂ ਹੈਗੀਆਂ ਗਵਰਨਮੈਂਟ ਰਜਿਸਟਰਡ ਪਲਾਨਸ ਜਿਹੜੀਆਂ ਹੈਗੀਆਂ ਆਫਰ ਕਰਦੀਆਂ ਹੈਗੀਆਂ। ਸੋ ਤੁਸੀਂ ਅਪਾਇੰਟਮੈਂਟ ਬਣਾ ਕੇ, ਜੇ ਇਹ ਵੀ ਹੈ ਕਿ ਤੁਸੀਂ ਅਜੇ ਜੇ ਨਹੀਂ ਵੀ ਸ਼ੁਰੂ ਕਰਨੀ, ਐਟਲੀਸਟ ਤੁਸੀਂ ਉਹਨਾਂ ਦੀ ਇਨਫੋਰਮੇਸ਼ਨ ਲੈ ਸਕਦੇ ਹੋ। ਅੱਜ ਕੱਲ੍ਹ ਤੇ ਆਨਲਾਈਨ ਕਿਸੇ ਵੀ ਚੀਜ਼ ਬਾਰੇ ਤੁਸੀਂ ਸਰਚ ਕਰ ਸਕਦੇ ਹੋ। ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਪਲਾਨ ਦੇ ਵਿੱਚ ਕੀ ਫਾਇਦਾ ਹੈਗਾ ਤੇ ਇਹਦੇ 'ਚ, ਕਿਉਂਕਿ ਜਿੰਨੀਆਂ ਵੀ ਗਵਰਨਮੈਂਟਸ ਪਲਾਨਸ ਹੈਗੀਆਂ, ਰਿਟਾਇਰਮੈਂਟ ਸੇਵਿੰਗ ਹੋ ਗਈ ਆ, ਰਜਿਸਟਰ ਐਜੂਕੇਸ਼ਨ ਸੇਵਿੰਗ ਪਲਾਨਸ ਹੈਗੀਆਂ ਆ, ਟੈਕਸ ਫ੍ਰੀ ਸੇਵਿੰਗ ਅਕਾਊਂਟਸ ਹੈਗੇ ਆ, ਇਹ ਸਾਰੇ ਤੁਹਾਡੀ ਹੈਲਪ ਵਾਸਤੇ ਹੀ ਬਣੇ ਹੋਏ ਆ। ਸੋ ਤੁਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹੈਗੇ ਆ। ਸੋ ਇੱਕ ਕਿਸਮ ਦੀ ਜੇ ਤੁਸੀਂ ਬੈਟਰ ਬਜਟਿੰਗ ਕਰ ਲੈਂਦੇ ਹੋ ਆਪਣੀ ਫੈਮਿਲੀ ਦੇ ਵਿੱਚ, ਸੋ ਫਿਰ ਉਸ ਸੇਵਿੰਗ ਨੂੰ ਸਹੀ ਤਰੀਕੇ ਦੇ ਨਾਲ ਤੁਸੀਂ ਗਰੋ ਕਰਨ ਦੇ ਲਈ ਵੀ ਇਨਵੈਸਟਮੈਂਟ ਵੀ ਉਸ ਤਰੀਕੇ ਦੇ ਨਾਲ ਹੀ ਉਹਦੀ ਕਰੋਗੇ। ਜੀ ਬਿਲਕੁਲ, ਜਿਵੇਂ ਕਈ ਮੈਨੂੰ ਲੱਗਦਾ ਕਿ ਜਿਹੜੇ ਰਿਸਕ ਟੇਕਰ ਹੈਗੇ ਆ ਉਹ ਫਰਦਰ ਮਿਊਚੁਅਲ ਫੰਡਸ ਦੇ ਵਿੱਚ, ਜਾਂ ਜਿਨ੍ਹਾਂ ਕੋਲੇ ਥੋੜੀ ਜਿਹੀ ਘੱਟ ਟੋਲਰੈਂਸ ਹੈਗੀ ਆ ਰਿਸਕ ਟੇਕਿੰਗ ਦੀ, ਉਹ ਟਰਮ ਡਿਪੋਜ਼ਿਟਸ ਦੇ ਵਿੱਚ ਵੀ ਪਾ ਲੈਂਦੇ। ਮੈਨੂੰ ਲੱਗਦਾ ਉੱਥੇ ਵੀ ਰਿਟਰਨਸ ਕਈ ਵਾਰੀ ਠੀਕ ਆ ਜਾਂਦੀਆਂ। ਬਿਲਕੁਲ ਜੀ, ਇਹ ਡਿਪੈਂਡਸ ਕਰਦਾ, ਇਟ ਆਲ ਡਿਪੈਂਡਸ ਕਿ ਤੁਸੀਂ ਕਿੰਨਾ ਰਿਸਕ ਲੈ ਸਕਦੇ ਹੈਗੇ ਆ। ਮਿਊਚੁਅਲ ਫੰਡਸ ਦੇ ਵਿੱਚ ਵੀ ਜਿਹੜੀ ਤੁਸੀਂ ਇਨਵੈਸਟਮੈਂਟ ਕਰਦੇ ਹੋ, ਜਦੋਂ ਤੁਸੀਂ ਉਹਨਾਂ ਦੇ ਨਾਲ ਬੈਠ ਕੇ ਡਿਸਕਸ ਕਰੋਗੇ, ਜਿਹੜੇ ਰਿਪਰੈਜ਼ੈਂਟੇਟਿਵ ਹੋਣਗੇ ਉਹ ਤੁਹਾਨੂੰ ਦੱਸਣਗੇ ਕਿ ਤੁਸੀਂ ਜਿਹੜੇ ਫੰਡਸ ਤੁਹਾਡੇ ਫਲਕਚੁਏਟ ਹੋ ਸਕਦੇ ਆ, ਕਿ ਤੁਹਾਡਾ ਗੋਲ ਜਿਹੜਾ ਹੈਗਾ ਕਿੰਨੀ ਦੇਰ ਦਾ ਹੈਗਾ, ਤੁਸੀਂ ਕਿੰਨੀ ਦੇਰ ਬਾਅਦ ਪੈਸੇ ਕੱਢਣੇ ਹੈਗੇ ਆ। ਸੋ ਤੁਹਾਨੂੰ ਇਹ ਸਾਰੀਆਂ ਗੱਲਾਂ ਨੂੰ ਪਹਿਲਾਂ ਧਿਆਨ ਵਿੱਚ ਰੱਖਦੇ ਹੋਏ ਉਹਦੇ ਅਕੋਰਡਿੰਗਲੀ ਆਪਣੀ ਜਿਹੜੀ ਸੇਵਿੰਗ ਆ ਉਹਦੀ ਇਨਵੈਸਟਮੈਂਟ ਕਰਨੀ ਚਾਹੀਦੀ ਹੈ। ਬਿਲਕੁਲ। ਲਖਵਿੰਦਰ ਜੀ, ਮੈਂ ਕਿਤੇ ਆਰਟੀਕਲ ਪੜ੍ਹ ਰਹੀ ਸੀ ਅਖਬਾਰ ਵਿੱਚ, ਤੇ ਕਿਸੇ ਨੇ ਇਹ ਲਿਖਿਆ ਸੀਗਾ ਕਿ ਤੁਸੀਂ ਆਪਣੇ ਆਪ ਨੂੰ ਆਪਣੀ ਇਨਕਮ ਦਾ 10% ਪਹਿਲਾਂ ਪੇ ਕਰੋ, ਸੋ ਬਾਕੀ ਜਿਹੜੀ ਫਿਰ ਲੈਫਟ ਓਵਰ ਇਨਕਮ ਹੈਗੀ ਉਹਨੂੰ ਤੁਸੀਂ ਕੰਸੀਡਰ ਕਰੋ। ਇਹਨੂੰ ਥੋੜਾ ਜਿਹਾ ਐਲੈਬੋਰੇਟ ਕਰੋ ਇਸ ਕਨਸੈਪਟ ਨੂੰ। ਹਾਂਜੀ, ਜਿੱਦਾਂ ਆਪਣੇ ਹਰ ਇੱਕ ਦਾ ਆਪਣੇ ਸੇਵਿੰਗ ਕਰਨ ਦਾ ਤਰੀਕਾ ਹੁੰਦਾ। ਜਿੱਦਾਂ ਆਪਾਂ ਸਿੱਖ ਧਰਮ ਦੇ ਵਿੱਚ ਬੇਸਿਕਲੀ ਆਪਾਂ ਕਹਿੰਦੇ ਆ ਕਿ ਆਪਾਂ 10% ਜਿਹੜਾ ਹੈਗਾ ਆ ਅਸੀਂ ਸਾਈਡ ਤੇ ਰੱਖਣਾ ਆ, ਜਿਹੜਾ ਕਿ ਅਸੀਂ ਕਮਿਊਨਿਟੀ ਵਾਸਤੇ ਜਾਂ ਕਿਸੇ ਲੋੜਵੰਦ ਦੀ ਹੈਲਪ ਵਾਸਤੇ ਕਿਸੇ ਦੀ ਵੀ ਯੂਜ਼ ਕਰਨਾ ਹੈਗਾ ਸਾਈਡ ਤੇ। ਜਿਹੜਾ ਕਿ ਜਿਸ ਤਰ੍ਹਾਂ ਮੈਂ ਆਪਣੀ ਪਰਸਨਲ ਐਗਜ਼ਾਮਪਲ ਦਿੰਦੀ ਆ ਕਿ ਆਪਾਂ ਸਾਈਡ ਤੇ ਪੈਸੇ ਰੱਖਦੇ ਆ ਥੋੜੇ, ਕਿ ਉਹ ਅਕਾਊਂਟ ਸੈਪਰੇਟ ਰੱਖਦੇ ਆ ਕਿ ਓਕੇ ਇਹ ਜਿਹੜਾ ਅਕਾਊਂਟ ਹੈਗਾ ਇਹ ਮੇਰਾ ਜਿਹੜਾ ਇਹ, ਜੇ ਤੁਸੀਂ ਉਸ ਅਕਾਊਂਟ ਨੂੰ ਭੁੱਲ ਜਾਓਗੇ ਤਾਂ ਫਿਰ ਹੀ ਉਹ ਅਕਾਊਂਟ ਜਿਹੜਾ ਤੁਸੀਂ ਸਾਈਡ ਤੇ ਰੱਖ ਸਕਦੇ ਹੋ। ਸੋ ਸੇਮ ਵੇ ਕੁਝ ਜਿਹੜੇ ਹੈਗੇ ਆ ਕਿ ਇਸ ਨੂੰ ਕਰਦੇ ਆ ਕਿ ਅਸੀਂ 10% ਆਪਣੇ ਆਪ ਤੇ ਸਪੈਂਡ ਕਰਨਾ ਹੈਗਾ। ਸੋ ਆਈ ਥਿੰਕ ਜੇ ਤੁਸੀਂ ਕੰਮ ਕਰਦੇ ਆ, ਆਫ ਕੋਰਸ ਤੁਸੀਂ ਇਸ ਚੀਜ਼ ਦੇ ਹੱਕਦਾਰ ਵੀ ਹੋ ਕਿ ਤੁਸੀਂ ਆਪਣੇ ਆਪ ਤੇ ਵੀ ਕੁਝ ਸਪੈਂਡ ਕਰੋ। ਕੋਈ ਹਰ ਇੱਕ ਦਾ ਆਪਣਾ ਤਰੀਕਾ ਹੁੰਦਾ, ਕੋਈ ਕਿਸੇ ਤਰ੍ਹਾਂ ਸਪੈਂਡ ਕਰਦਾ, ਜਿਹੜੇ ਕੰਮ ਦੇ ਵਿੱਚ ਵੀ ਤੁਹਾਨੂੰ ਖੁਸ਼ੀ ਮਿਲਦੀ ਆ ਸੋ ਉਹਦੇ ਲਈ ਤੁਸੀਂ ਸਪੈਂਡ ਕਰ ਸਕਦੇ ਹੋ, ਉਹ ਸਾਈਡ ਤੇ ਰੱਖ ਕੇ। ਸੋ ਸੇਮ ਇਹ ਚੀਜ਼ ਵੀ ਤੁਹਾਡੀ ਬਜਟਿੰਗ ਦਾ ਹਿੱਸਾ ਹੀ ਹੋ ਜਾਊਗੀ ਨਾ, ਕਿ ਜਦੋਂ ਤੁਹਾਡੀ ਇਨਕਮ ਆਈ ਸੋ ਤੁਸੀਂ then you need to see ਕਿ ਵੀ ਮੇਰੀ ਟੋਟਲ ਇਨਕਮ ਕਿੰਨੀ ਹੈ, ਸੋ ਉਹਦੇ ਵਿੱਚੋਂ ਮੈਂ ਬਜਟਿੰਗ ਕਿਸ ਹਿਸਾਬ ਦੇ ਨਾਲ ਕਰਨੀ ਹੈ। ਸੋ ਉਹਦੇ ਅਕੋਰਡਿੰਗਲੀ ਸਾਰਾ ਕੁਝ ਹੋਊਗਾ, ਕੋਰਿਲੇਟ ਹੋ ਜਾਂਦੀ ਹੈ। ਹਾਂਜੀ ਬਿਲਕੁਲ ਜੀ। ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਡਾ ਆਪਣਾ ਪਰਿਵਾਰ ਕਿਸ ਤਰ੍ਹਾਂ ਤੁਹਾਨੂੰ ਸਹਿਯੋਗ ਦੇ ਸਕਦਾ ਤੁਹਾਡੇ ਹਾਊਸਹੋਲਡ ਦੇ ਬਜਟ 'ਚ? ਬਿਲਕੁਲ ਜੀ, ਸਾਰੇ ਪਰਿਵਾਰ ਦਾ ਹੀ ਯੋਗਦਾਨ ਹੁੰਦਾ ਹਾਊਸਹੋਲਡ ਦੇ ਬਜਟ ਦੇ ਵਿੱਚ। ਉਹ ਤੇ ਜਿਸ ਤਰ੍ਹਾਂ ਦੀ ਤੁਹਾਡੀ ਸਪੈਂਡਿੰਗ ਹੋਊਗੀ, ਲੈਟਸ ਸੀ ਕਿ ਜੇ ਹਸਬੈਂਡ ਜ਼ਿਆਦਾ ਸਪੈਂਡ ਕਰ ਰਿਹਾ ਜਾਂ ਵਾਈਫ ਜ਼ਿਆਦਾ ਸਪੈਂਡ ਕਰ ਰਹੀ ਆ, ਸੋ ਉਹ ਫਿਰ ਤੁਹਾਡਾ ਬਜਟ ਇੰਬੈਲੈਂਸ ਹੋ ਜਾਊਗਾ, ਬਿਲਕੁਲ ਡਾਮਾਡੋਲ ਹੋ ਜਾਊਗਾ। ਸੋ ਇਟਸ ਬੈਟਰ ਹੈ ਕਿ ਜਦੋਂ ਤੁਸੀਂ ਲਿਖ ਕੇ ਪਲਾਨ ਕਰਕੇ ਚੱਲਦੇ ਹੋ, ਸੋ ਸਾਰੀ ਫੈਮਿਲੀ ਇਨਵੋਲਵ ਕਰਦੇ ਆ। ਸੋ ਕੋਈ ਵੀ ਚੀਜ਼ ਜਿਹੜੀ ਹੁੰਦੀ ਹੈ, ਜੇ ਤੁਸੀਂ 100% ਪਾਰਟੀਸਪੇਸ਼ਨ ਸਾਰੇ ਕਰਕੇ ਉਸ ਗੋਲ ਨੂੰ ਅਚੀਵ ਕਰਨ ਦੀ ਟਰਾਈ ਕਰਦੇ ਆ ਤਾਂ ਇਵੈਂਚੁਅਲੀ ਉਹ ਤੁਸੀਂ ਬਹੁਤ ਈਜ਼ੀਲੀ ਅਚੀਵ ਕਰ ਸਕਦੇ ਹੋ। ਪਰ ਜੇ ਤੁਸੀਂ ਲੈਟਸ ਸੀ ਮੈਂ ਕਹਿੰਦੀ ਕਿ ਮੈਂ ਸਪੈਂਡਿੰਗ ਕਰਨੀ ਆ ਕਿ ਆਈ ਵਾਂਟ ਟੂ ਬਾਏ ਦਿਸ ਹਾਊਸ, ਕਿ ਕੁਛ ਟਾਈਮ ਤੋਂ ਬਾਅਦ ਮੈਂ ਘਰ ਬਾਏ ਕਰਨਾ ਚਾਹੁੰਦੀ ਆ, ਤੇ ਹਸਬੈਂਡ ਕਹਿੰਦੇ ਕਿ ਨਹੀਂ ਮੈਂ ਤਾਂ ਕਾਰ ਬਾਏ ਕਰਨੀ ਆ, ਮੈਂ ਉਹਦੇ ਵਾਸਤੇ ਸੇਵਿੰਗ ਕਰਨੀ ਆ ਸਾਈਡ ਤੇ, ਰਾਈਟ। ਤੁਹਾਨੂੰ ਉਹ ਪਲਾਨ ਬਣਾਉਣੀ ਪੈਣੀ ਆ ਕਿ ਆਪਸ ਦੇ ਵਿੱਚ ਓਕੇ ਕਿ ਆਪਾਂ ਪਹਿਲਾਂ ਜਿਹੜਾ ਹੈਗਾ ਆਪਾਂ ਘਰ ਲੈਣਾ ਹੈਗਾ, ਉਸ ਤੋਂ ਬਾਅਦ ਆਪਾਂ ਕਾਰ ਦੀ ਸੇਵਿੰਗ ਕਰ ਲਾਂਗੇ। ਸੋ ਸਪੈਸ਼ਲੀ ਕਈ ਵਾਰ ਜਿਸ ਤਰ੍ਹਾਂ ਮੈਂ ਮੌਰਗੇਜ ਦੇ ਵਿੱਚ ਕੰਮ ਕਰਦੀ ਹਾਂ, ਕਈ ਵਾਰ ਮੇਰੇ ਕੋਲ ਇਸ ਤਰ੍ਹਾਂ ਦੇ ਵੀ ਕਲਾਇੰਟ ਆਉਂਦੇ ਆ ਕਿ ਜਿਹੜੇ ਪਹਿਲਾਂ ਕਾਰ ਲੈ ਲੈਂਦੇ ਆ, ਬਾਅਦ ਵਿੱਚ ਘਰ ਬਾਰੇ ਕਰਦੇ। ਸੋ ਉਹਨਾਂ ਨੂੰ ਵੀ ਮੇਰੀ ਇਹ ਐਡਵਾਈਸ ਹੁੰਦੀ ਆ ਕਿ ਪਹਿਲਾਂ ਵੀ ਕਿ ਜਿਹੜੀ ਤੁਹਾਡੀ ਪੇਮੈਂਟ ਕਾਰ ਦੀ ਬਿਗ ਪੇਮੈਂਟ ਬਣਦੀ ਆ ਉਹਨੂੰ
ਫਸਟ ਤੁਸੀਂ ਜਿਹੜੀ ਵੱਡੀ ਚੀਜ਼ ਦਾ ਬਜਟ ਆ ਉਹਨੂੰ ਅਚੀਵ ਕਰ ਲਓ, ਤਾਂ ਕਿ ਜਦੋਂ ਤੁਸੀਂ ਮਾਰਗੇਜ ਲੈਣੀ ਹੁੰਦੀ ਆ ਸੋ ਉਹ ਪੇਮੈਂਟ ਤੁਹਾਡੀ ਉਹਦੇ ਵਿੱਚ ਕਾਊਂਟ ਹੁੰਦੀ ਆ। ਜੀ। ਸੋ ਤੁਸੀਂ ਬਾਅਦ ਵਿੱਚ ਜਿਹੜਾ ਆ ਕੋਈ ਵੀ ਕਾਰ ਵਗੈਰਾ ਲੈਣ ਦਾ ਪਲੈਨਿੰਗ ਕਰ ਸਕਦੇ ਹੋ। ਜੀ, ਮੈਨੂੰ ਲੱਗਦਾ ਇਸੇ ਕਰਕੇ ਤੁਸੀਂ ਕਹਿ ਰਹੇ ਸੀ ਕਿ ਆਪਣੇ ਫਾਈਨੈਂਸ਼ੀਅਲ ਗੋਲ ਬਹੁਤ ਸਮਾਰਟਲੀ ਤੁਹਾਨੂੰ ਸੈੱਟ ਕਰਨੇ ਚਾਹੀਦੇ ਆ। ਜਿਵੇਂ ਤੁਸੀਂ ਕਿਹਾ ਕਿ ਘਰ ਜਾਂ ਕਾਰ ਚੋਂ ਪਿਕ ਕਰਨਾ ਇੰਨਾ ਹਾਰਡ ਨਹੀਂ ਹੋਣਾ ਚਾਹੀਦਾ ਵੀ ਪਹਿਲਾਂ ਕਿਹੜੀ ਚੀਜ਼ ਜੇ ਆਪਾਂ ਠੀਕ ਤਰ੍ਹਾਂ ਆਪਣੇ ਗੋਲ ਸੈੱਟ ਕਰੀਏ। ਬਿਲਕੁਲ ਜੀ, ਡਿਪੈਂਡ ਕਰਦਾ ਕਿ ਦੇਖੋ ਜੇ ਤੁਸੀਂ ਘਰ ਦਾ ਤੁਹਾਡੀ ਪਲੈਨਿੰਗ ਹੈਗੀ ਕਿ ਅਸੀਂ ਅੱਗੇ ਘਰ ਲੈਣਾ ਹੈਗਾ, ਸੋ ਤੁਹਾਨੂੰ ਯੂ ਨੀਡ ਟੂ ਥਿੰਕ ਕਿ ਅੱਜ ਅਸੀਂ ਜੇ ਕਾਰ ਤੇ ਜੇ ਤੁਹਾਡੀ ਜ਼ਰੂਰਤ ਹੈਗੀ ਆ ਉਸ ਜ਼ਰੂਰਤ ਨੂੰ ਤੁਸੀਂ 10,000 ਦੀ ਕਾਰ ਨਾਲ ਵੀ ਪੂਰਾ ਕਰ ਸਕਦੇ ਆ, ਤੁਸੀਂ 50-60,000 ਤੱਕ ਦੀ ਵੀ ਕਾਰ ਲੈ ਸਕਦੇ ਹੋ। ਸੋ ਇਟ ਡਿਪੈਂਡਸ ਕਿ ਮੋਰ ਇੰਪੋਰਟੈਂਟ ਕੀ ਹੈਗਾ ਆ ਤੁਹਾਨੂੰ। ਇੱਕ ਹੁੰਦਾ ਕਿ ਅਸੀਂ ਉਸ ਟਾਈਮ ਬੀਇੰਗ ਦੇ ਲਈ ਉਸ ਚੀਜ਼ ਨੂੰ ਟਾਈਮ ਸਾਰਨਾ ਆ, ਇੱਕ ਹੁੰਦਾ ਕਿ ਅਸੀਂ ਉਹਨੂੰ ਲਗਜ਼ਰੀ ਜਾਂ ਸ਼ੌਕ ਪੂਰਾ ਕਰਨਾ। ਸੋ ਇਟ ਆਲ ਡਿਪੈਂਡਸ ਕਿ ਤੁਸੀਂ ਕਿਸ ਤਰ੍ਹਾਂ ਸੇਵਿੰਗ ਕਰਨੀ ਆਪਣੀ, ਤੁਹਾਡਾ ਮੇਨ ਇੰਪੋਰਟੈਂਟ ਤੁਹਾਡੀ ਜਿਹੜੀ ਚੀਜ਼ ਤੁਹਾਡੀ ਲਾਈਫ ਦੇ ਵਿੱਚ ਕੀ ਹੈ, ਤੁਸੀਂ ਕੀ ਕਰਨਾ ਚਾਹੁੰਦੇ। ਜੀ ਲਖਵਿੰਦਰ ਜੀ, ਇਹਦੇ ਨਾਲ ਸਾਨੂੰ ਇਹ ਵੀ ਦੱਸੋ ਵੀ ਆਪਾਂ ਬੱਚਿਆਂ ਨੂੰ ਕਿਸ ਤਰ੍ਹਾਂ ਇਸ ਚੀਜ਼ ਲਈ ਪ੍ਰਿਪੇਅਰ ਕਰ ਸਕਦੇ ਹਾਂ ਜਦੋਂ ਆਪਾਂ ਹਾਊਸ ਹੋਲਡ ਬਜਟਿੰਗ ਦੀ ਗੱਲ ਕਰਦੇ ਆ, ਉਹ ਬੱਚੇ ਕਿਸ ਤਰ੍ਹਾਂ ਕੰਟਰੀਬਿਊਟ ਕਰ ਸਕਦੇ ਆ? ਬਿਲਕੁਲ ਜੀ, ਜੇ ਤੁਸੀਂ ਹੁਣ ਬੱਚਿਆਂ ਨੂੰ ਅੱਜ ਕੱਲ ਬੱਚੇ ਸਮਾਰਟ ਨੇ, ਸੋ ਪਾਰਟ ਟਾਈਮ ਨਾਲ ਜੌਬ ਕਰਨ ਲੱਗ ਜਾਂਦੇ ਆ ਜਦੋਂ ਸਕੂਲ ਦੇ ਵਿੱਚ ਹੁੰਦੇ ਆ ਜਾਂ ਕੁਝ ਵੀ, ਸੋ ਤੁਸੀਂ ਉਹਨਾਂ ਨੂੰ ਜੇ ਸ਼ੁਰੂ ਤੋਂ ਹੀ ਐਜੂਕੇਟ ਕਰਦੇ ਆ ਕਿ ਵੀ ਆਪਾਂ ਬਜਟਿੰਗ ਕਰਨੀ ਆ, ਆਪਾਂ ਆ ਸਪੈਂਡਿੰਗ ਨਹੀਂ ਕਰਨੀਆਂ ਹੈਗੀਆਂ, ਤੁਸੀਂ ਆਪਣੀ ਸਟੱਡੀ ਦੇ ਖਰਚੇ ਜਿਹੜੇ ਆ ਉਹ ਆਪਣੇ ਆਪ ਚੱਕਣੇ ਆ, ਅਸੀਂ ਅੱਗੇ ਵਾਸਤੇ ਇਸ ਚੀਜ਼ ਵਾਸਤੇ ਸਪੈਂਡਿੰਗ ਕਰ ਰਹੇ ਆ। ਆਈ ਥਿੰਕ ਜਦੋਂ ਪੂਰੀ ਫੈਮਿਲੀ ਇਨਵੋਲਵ ਹੁੰਦੀ ਆ, ਤੁਸੀਂ ਜੇ ਬੱਚਿਆਂ ਨੂੰ ਇਹ ਬੈਠ ਕੇ ਇਹ ਚੀਜ਼ ਬਜਟਿੰਗ ਬਣਾਉਂਦੇ ਦੱਸਦੇ ਆ ਕਿ ਆਪਣਾ ਆਹ ਗੋਲ ਹੈਗਾ, ਆਪਾਂ ਇਸ ਚੀਜ਼ ਲਈ ਸੇਵਿੰਗ ਕਰ ਰਹੇ ਆ, ਤੇ ਆਈ ਥਿੰਕ ਬੱਚੇ ਜਿਹੜੇ ਆ ਉਹ ਮੋਰ ਉਸ ਚੀਜ਼ ਨੂੰ ਅੰਡਰਸਟੈਂਡ ਕਰਦੇ ਆ ਔਰ ਤੁਹਾਡੀ ਹੈਲਪ ਕਰਦੇ ਆ ਉਸ ਚੀਜ਼ ਨੂੰ ਅਚੀਵ ਕਰਨ ਦੇ ਵਿੱਚ ਵੀ। ਸੋ ਆਈ ਥਿੰਕ ਕਿ ਜੇ ਜੋ ਵੀ ਤੁਸੀਂ ਕਰਦੇ ਹੋ, ਜੇ ਤੁਸੀਂ ਪੂਰੀ ਫੈਮਿਲੀ ਦਾ ਡਿਸੀਜਨ ਹੁੰਦਾ, ਬੱਚਿਆਂ ਨੂੰ ਨਾਲ ਇਨਵੋਲਵ ਕਰਦੇ ਹੋ ਤੇ ਉਹ ਤੁਹਾਡਾ ਜਿਹੜਾ ਡਿਸੀਜਨ ਮੋਰ ਸਕਸੈਸਫੁਲ ਹੁੰਦਾ। ਜੀ, ਤੇ ਅਖੀਰ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਸਪੈਸ਼ਲ ਟਿਪਸ ਦੇਣਾ ਚਾਹੁੰਦੇ ਹੋ? ਨਟਸ਼ੈਲ ਦੇ ਵਿੱਚ ਤੁਸੀਂ ਸਾਨੂੰ ਇਹ ਦੱਸੋ। ਮੈਂ ਜੀ ਨਟਸ਼ੈਲ ਦੇ ਵਿੱਚ ਤੇ ਲਵਿੰਦਰ ਜੀ ਸਾਰੇ ਹੀ ਆਪਣੇ ਘਰ ਨੂੰ ਤਾਂ ਸਾਰੇ ਹੀ ਸਿਆਣੇ ਹੁੰਦੇ ਆ, ਪਰ ਮੈਂ ਫਿਰ ਵੀ ਇਹ ਕਹਿਣਾ ਚਾਹਾਂਗੀ ਕਿ ਆਲਵੇਜ਼ ਆਪਣੀ ਬਜਟਿੰਗ ਜ਼ਰੂਰ ਕਰੋ। ਤੁਸੀਂ ਇਹ ਚੀਜ਼ ਜ਼ਰੂਰ ਦੇਖੋ ਕਿ ਸਾਡੀ ਇਨਕਮ ਕਿੰਨੀ ਆ ਤੇ ਸਾਡਾ ਐਕਸਪੈਂਸ ਕਿੰਨਾ ਆ, ਤੇ ਐਟ ਦਾ ਐਂਡ ਵਾਟ ਵੀ ਆਰ ਸੇਵਿੰਗ, ਤੇ ਜੇ ਅਸੀਂ ਸੇਵਿੰਗ ਕਰ ਰਹੇ ਆ ਤੇ ਅਸੀਂ ਕਿਸ ਚੀਜ਼ ਲਈ ਸੇਵਿੰਗ ਜਿਹੜੀ ਕਰ ਰਹੇ ਆ, ਸੋ ਕੀ ਅਸੀਂ ਉਸ ਟਾਈਮ ਦੇ ਵਿੱਚ ਉਸ ਚੀਜ਼ ਤੱਕ ਅਚੀਵ ਕਰ ਲਵਾਂਗੇ ਕਿ ਨਹੀਂ, ਕਿ ਅਸੀਂ ਉਹ ਸੇਵਿੰਗ ਜਿਹੜੀ ਜੋ ਅਸੀਂ ਗੋਲ ਰੱਖਿਆ ਹੋਇਆ ਹੈ ਕਿ ਉਸ ਨੂੰ ਅਸੀਂ ਅਚੀਵ ਕਰ ਪਾਵਾਂਗੇ ਜਾਂ ਨਹੀਂ ਕਰ ਪਾਵਾਂਗੇ। ਬਿਲਕੁਲ ਲਖਵਿੰਦਰ ਜੀ, ਬਹੁਤ ਵਧੀਆ ਜਾਣਕਾਰੀ ਦੇਣ ਲਈ ਅਸੀਂ ਤੁਹਾਡਾ ਫੇਰ ਧੰਨਵਾਦ ਕਰਦੇ ਹਾਂ ਜੀ। ਸਟੂਡੀਓ ਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸੋ ਆਪਣੇ ਦਰਸ਼ਕਾਂ ਨੂੰ ਅਸੀਂ ਦੱਸਦੇ ਹਾਂ ਕਿ ਅੱਜ ਲਖਵਿੰਦਰ ਕੌਰ ਸਿੱਧੂ ਜੀ ਨੇ ਬੜੇ ਵਧੀਆ ਤਰੀਕੇ ਨਾਲ ਸਾਨੂੰ ਹਾਊਸ ਹੋਲਡ ਬਜਟਿੰਗ ਬਾਰੇ ਦੱਸਿਆ, ਤੇ ਆਓ ਆਪਾਂ ਸਾਰੇ ਅੱਜ ਤੋਂ ਹੀ ਦੇਖੀਏ ਕਿ ਆਪਾਂ ਕਿਸ ਤਰੀਕੇ ਦੇ ਨਾਲ ਆਪਣੇ ਹਾਊਸ ਹੋਲਡ ਬਜਟ ਦੀ ਡਾਕੂਮੈਂਟੇਸ਼ਨ ਕਰ ਸਕਦੇ ਹਾਂ। ਇਹਦੇ ਨਾਲ ਹੀ ਆਪਾਂ ਵਧੀਆ ਤਰੀਕੇ ਨਾਲ ਆਪਣੇ ਫਾਈਨੈਂਸ਼ੀਅਲ ਗੋਲ ਸੈੱਟ ਕਰੀਏ ਤੇ ਆਪਣੇ ਬੱਚਿਆਂ ਨੂੰ ਵੀ ਇਹਨਾਂ ਚੀਜ਼ਾਂ ਦੀ ਆਦਤ ਪਾਈਏ, ਤਾਂ ਕਿ ਆਪਾਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਆਪਣਾ ਸ਼ੁਕਰੀਆ ਅਦਾ ਕਰ ਸਕਣ ਕਿ ਕਿਸ ਤਰੀਕੇ ਨਾਲ ਸਬਕੌਂਸ਼ੀਅਸਲੀ ਆਪਾਂ ਉਹਨਾਂ ਨੂੰ ਪੈਸੇ ਦੀ ਅਹਿਮੀਅਤ ਬਾਰੇ ਤੇ ਕਿਸ ਤਰ੍ਹਾਂ ਪੈਸੇ ਦਾ ਸਹੀ ਪ੍ਰਯੋਗ ਕਰਨਾ ਉਸ ਦੇ ਬਾਰੇ ਸਿਖਾਇਆ। ਤੁਹਾਡਾ ਸਹੀ ਦਿਸ਼ਾ ਦੇਖਣ ਲਈ ਬਹੁਤ ਬਹੁਤ ਧੰਨਵਾਦ।